एको ओंकार सतनाम करता पुरख निरभउ निर्वैर अकाल मूरत अजूनी सैभं गुर प्रसाद। सज्जन सच्चा पातशाह सिर शाहां दे शाह जिस पास बैठिया सोहीਐ सबना दा वेसा। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਵਡਭਾਗੀ ਹੋ ਜਿਨ੍ਹਾਂ ਬੜੇ ਪਿਆਰ ਅਦਬ ਸਤਿਕਾਰ ਸਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਗੁਰਦੁਆਰਾ ਮਾਤਾ ਸੁੰਦਰੀ ਜੀ ਦਿੱਲੀ ਤੋਂ ਚਲਾਏ ਜਾ ਰਹੇ ਸਹਿਜ ਪਾਠ ਸੰਥਿਆ ਦੇ ਵਿੱਚ ਅੱਜ ਆਪਾਂ ਨੂੰ ਫੇਰ ਗੁਰੂ ਕੇ ਹਾਜ਼ਰੇ ਗੁਰੂ ਕੇ ਸਨਮੁਖ ਬੈਠ ਕੇ ਗੁਰਬਾਣੀ ਦੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਜੀ ਦਾ ਤਰਸ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ ਦੇ ਮਾਂ ਵਾਕ ਅਨੁਸਾਰ। ਤੋ ਗੁਰੂ ਪਿਆਰੇ ਸਾਧ ਸੰਗਤ ਜੀ, ਆਓ ਸਾਰੇ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਪਿੱਛੇ ਆਪ ਜੀ ਨੇ 329 ਅੰਗ ਤੇ ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤੀ ਬਾਣੀ ਵਿੱਚੋਂ ਸ਼ਬਦਾਂ ਦਾ ਪਾਠ ਸਰਵਣ ਕੀਤਾ। ਸਤਨਾਮ ਵਾਹਿਗੁਰੂ ਸਾਹਿਬ ਜੀ, ਕੌੜੀ ਕਬੀਰ ਜੀ। ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਭਗਤ ਕਬੀਰ ਸਾਹਿਬ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਆਪ ਹੀ ਅੱਗ ਹੈ ਤੇ ਆਪ ਹੀ ਹਵਾ ਹੈ। ਅੱਗ ਉਦੋਂ ਤੱਕ ਨਹੀਂ ਭਖਦੀ ਜਦੋਂ ਤੱਕ ਉਹਨੂੰ ਹਵਾ ਨਾ ਮਿਲੇ। ਹਵਾ ਮਿਲੇ ਤੇ ਅੱਗ ਵੱਧਦੀ ਹੈ। ਹੁਣ ਅੱਗ ਦੇ ਵਿੱਚ ਜਿਹੜੀ ਸੱਤਾ ਤਾਕਤ ਉਹ ਵੀ ਪ੍ਰਮਾਤਮਾ ਆਪ ਹੀ ਹੈ। ਆਪੇ ਪਵਨਾ ਤੇ ਪਵਨ ਗੁਰੂ, ਹਵਾ ਵਿੱਚ ਵੀ ਉਹ ਪ੍ਰਮਾਤਮਾ ਆਪ ਹੀ ਹੈ। ਜਦੋਂ ਆਪਾਂ ਦੇਖਿਆ ਭਗਤ ਪ੍ਰਹਿਲਾਦ ਦਾ ਸਮਾਂ ਆਇਆ ਤੇ ਹਰਨਾਕਸ਼ ਚਾਹੁੰਦਾ ਭਗਤ ਪ੍ਰਹਿਲਾਦ ਨੂੰ ਸਾੜਨਾ। ਜਿਹੜੀ ਹੋਲਕਾ ਪ੍ਰਹਿਲਾਦ ਦੀ ਭੈਣ ਹੈ, ਉਹਦੇ ਕੋਲ ਵਾਰ ਹੈ ਵੀ ਉਹ ਅੱਗ 'ਚ ਨਹੀਂ ਸੜ ਸਕਦੀ। ਉਹਦੇ ਕੋਲ ਉਹ ਪ੍ਰਾਪਤ ਹੈ, ਜੋ ਵੀ ਦੁਸ਼ਾਲਾ ਕਹਿ ਲਓ, ਚਾਦਰ ਕਹਿ ਲਓ, ਉਹਦੇ ਬੋਕਲ ਮਾਰ ਕੇ ਉਹ ਬਹਿ ਜਾਂਦੀ ਤੇ ਅੱਗ ਦੇ ਵਿੱਚ ਉਹ ਬੈਠਦੀ। ਕੁਦਰਤਨ ਕਿ ਉਹ ਚਾਦਰਾ ਜਿਹੜਾ ਸੀ, ਆਪੇ ਪਵਨ ਹਵਾ ਆਉਂਦੀ ਤੇ ਉਹ ਚਾਦਰਾ ਉੜ ਕੇ ਪ੍ਰਹਿਲਾਦ ਵੱਲ ਨੂੰ ਹੋ ਜਾਂਦਾ ਤੇ ਜਿਹੜੀ ਭੂਆ ਹੈ ਉਹ ਸੜ ਜਾਂਦੀ। ਇਹ ਆਪਾਂ ਇਤਿਹਾਸ ਪੜ੍ਹਦੇ ਹਾਂ। ਆਪੇ ਭਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਕਹਿੰਦੇ ਜਿਹਨੂੰ ਪ੍ਰਮਾਤਮਾ ਖਤਮ ਕਰਨਾ ਚਾਹੇ ਉਹਨੂੰ ਕੌਣ ਬਚਾ ਸਕਦਾ, ਤੇ ਜਿਹਨੂੰ ਪ੍ਰਮਾਤਮਾ ਰੱਖਣਾ ਚਾਹੇ ਉਹਨੂੰ ਸਾੜ ਕੌਣ ਸਕਦਾ। ਅੱਗ ਵਿੱਚ ਵੀ ਰੱਬ ਹੈ ਤੇ ਹਵਾ ਵਿੱਚ ਵੀ ਰੱਬ ਹੈ। ਇਸ ਕਰਕੇ ਆਪਾਂ ਬਚਨ ਪੜ੍ਹਦੇ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਲ। ਬੰਦੇ ਦੇ ਹੱਸ ਕੁਛ ਨਹੀਂ। ਅਗਲੀ ਗੱਲ, ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਬੰਦੇ ਦੇ ਅੰਦਰ ਹਉਮੈ ਦੀ ਅੱਗ, ਅਹੰਕਾਰ ਦੀ ਅੱਗ, ਤ੍ਰਿਸ਼ਨਾ ਦੀ ਅੱਗ ਰੱਬ ਵੱਲੋਂ ਪੈਦਾ ਕੀਤੀ। ਇਹ ਰੱਬ ਦੀਆਂ ਦਿੱਤੀਆਂ ਦਾਤਾਂ ਨੇ। ਬੰਦੇ ਨੇ ਇਹਨੇ ਵਿੱਚ ਆਪਣੇ ਆਪ ਨੂੰ ਰੱਖ ਲਿਆ ਵੀ ਮੈਂ ਆਪੇ ਪਵਨਾ, ਇਹਨੂੰ ਚਲਾਉਣ ਵਾਲਾ ਸਵਾਸਾਂ 'ਚ ਪਰਮਾਤਮਾ ਆਪ ਹੈ। ਜਾਰੈ ਖਸਮ ਤਾਂ ਰਾਖੈ ਕਵਨਾ। ਜੇ ਰੱਬ ਜੀ ਮਿਹਰ ਕਰਦਾ, ਸਤ ਸੰਗਤ ਵਿੱਚ ਲੈ ਆਏ, ਇਹਦੀ ਹਉਮੈ ਨੂੰ ਰੱਬ ਹੀ ਖਤਮ ਕਰਦਾ ਹੈ ਤੇ ਫਿਰ ਕੌਣ ਇਹਨੂੰ ਬਚਾਉਣ ਵਾਲਾ। ਤੇ ਜੇ ਬੰਦਾ ਸੰਗਤ ਵਿੱਚ ਨਾ ਆਏ, ਮੈਂ ਮੇਰੀ 'ਚ ਫਸਿਆ ਰਹੇ, ਮਰਜੀ ਤੁਮਾਰੇ ਕਹਿਣ ਲੱਗੇ, ਫਿਰ ਉਹਨੇ ਅੱਗ ਵੀ ਪੈਦਾ ਕੀਤੀ ਹੋਈ, ਉਹਨੇ ਹਵਾ ਵੀ ਪੈਦਾ ਕੀਤੀ ਹੋਈ। ਜਿਵੇਂ ਹਰਨਾਕਸ਼ ਦੇ ਕੋਲ ਤਾਕਤ ਹੈ, ਫੌਜਾਂ ਨੇ, ਪੈਸਾ ਹੈ, ਰਾਜ ਸੱਤਾ ਹੈ, ਸਭ ਕੁਝ ਉਹਦੇ ਕੋਲ ਹੈ। ਹਉਮੈ ਦੀ ਅੱਗ ਹੈ।
ਪਰ ਉਹਦੇ ਘਰ ਵਿੱਚ ਹੀ ਰੱਬ ਨੇ ਭਗਤ ਪੈਦਾ ਕੀਤਾ। ਤਾਂ ਪਰਮਾਤਮਾ ਜਿਹੜਾ ਬੇਅੰਤ, ਉਹਦੀ ਮਹਿਮਾ ਨੂੰ ਜਾਣਿਆ ਨਹੀਂ ਜਾ ਸਕਦਾ। ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਉਹ ਪਰਮਾਤਮਾ ਸੱਚੇ ਪਾਤਸ਼ਾਹ ਕਿਸੇ ਨੂੰ ਹਉਮੈ ਦੀ ਅੱਗ 'ਚ ਸਾੜਨਾ ਚਾਹੇ ਤੇ ਹਉਮੈ ਦੀ ਇੱਗੋ ਹਵਾ ਦੇਣ ਵਾਲੇ ਆਪ ਹੀ, ਫਿਰ ਕੌਣ ਬਚਾ ਸਕਦਾ ਹੈ। ਉਹ ਪਰਮਾਤਮਾ ਕਿਰਪਾ ਕਰਦਾ ਹੈ, ਬੰਦੇ ਨੂੰ ਲਿਆ ਕੇ ਸੰਗਤ ਵਿੱਚ ਬਿਠਾਦਾ ਹੈ, ਸਤਸੰਗੀ ਬਣਾਦਾ ਹੈ, ਸਿਮਰਨ ਵਿੱਚ ਲਾਦਾ ਹੈ, ਇਨਸਾਨੀਅਤ ਦੀ, ਮਨੁੱਖਤਾ ਦੀ ਸੇਵਾ ਕਰਨ ਲਾਦਾ ਹੈ, ਪ੍ਰਵਿਰਤੀ ਨਾਲ ਜੋੜਦਾ ਹੈ। ਨਿਰਵਿਰਤੀ ਖਤਮ ਹੋ ਜਾਏ ਤਾਂ ਕਹਿੰਦੇ ਉਹ ਆਪ ਹੀ ਪਰਮਾਤਮਾ ਪਾਵਕ, ਇਸ ਭਗਤੀ ਦੀ ਅਗਨ ਦੁਆਰਾ ਹਉਮੈ ਦੀ ਅੱਗ ਨੂੰ ਖਤਮ ਕਰਨ ਵਾਲਾ ਪਵਨਾ, ਉਹ ਆਪ ਹੀ ਗੁਰੂ। ਜਾਰੈ ਖਸਮ ਤਾਂ ਰਾਖੈ ਕਵਨਾ। ਜੇ ਪਰਮਾਤਮਾ ਕਿਰਪਾ ਕਰ ਦੇਵੇ, ਇਸ ਹਉਮੈ ਨੂੰ ਖਤਮ ਕਰਦਾ ਹੈ, ਤੇ ਕੌਣ ਫਿਰ ਇਹਨੂੰ ਬਚਾਉਣ ਵਾਲਾ। ਜਾਰੈ ਖਸਮ ਤਾਂ ਰਾਖੈ ਕਵਨਾ। ਜਦੋਂ ਰੱਬ ਇਹਨੂੰ ਖਤਮ ਕਰਦਾ ਤੇ ਫਿਰ ਇਹਨੂੰ ਬਚਾਉਣ ਵਾਲਾ ਕੌਣ ਹੈ। ਰਾਮ ਜਪਤ ਤਨ ਜਰ ਕੀ ਨਾ ਜਾਏ। ਪਰ ਜਿਹੜਾ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਹੈ, ਬੰਦਗੀ ਕਰਨ ਵਾਲਾ ਹੈ, ਉਹਦਾ ਕੋਈ ਨੁਕਸਾਨ ਕੀ ਕਰ ਸਕਦਾ ਹੈ। ਤਾਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓੜ ਤੁਹਾਰੀ। ਹਰ ਜੀਓ ਨਿਮਾਣਿਆ ਤੂੰ ਮਾਣ, ਹਰ ਜੀਓ ਸਭ ਕੋ ਤੇਰੇ ਵਸ। ਇਹ ਅਕਾਲ ਪੁਰਖ, ਸਭ ਕੁਝ ਤੇਰੇ ਹੱਥ ਵਿੱਚ, ਤੇਰੇ ਤਾਕਤ ਤੇਰੇ ਚਰਨਾਂ 'ਚ ਬੈਠੀ ਹੈ। ਆਪਾਂ ਬਚਨ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾਂ, ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤੇ ਲੈ ਛੁਡਾਇਆ। ਰਾਮ ਜਪਤ ਤਨ ਜਰ ਕੀ ਨਾ ਜਾਏ। ਜਿਹੜੇ ਪਰਮਾਤਮਾ ਦੇ ਸਿਮਰਨ ਬੰਦਨ ਕਰਨ ਵਾਲੇ ਹਨ, ਭਗਤੀ ਕਰਨ ਵਾਲੇ ਹਨ, ਉਹਨਾਂ ਦਾ ਕੋਈ ਕੁਛ ਵਾਲ ਵਿੰਗਾ ਨਹੀਂ ਕਰ ਸਕਦਾ। ਜਿਸਕੇ ਸਿਰ ਉੱਪਰ ਤੂੰ ਸੁਆਮੇ, ਸੋ ਦੁੱਖ ਕੈਸਾ ਪਾਵੇ। ਜਾਂ ਤੂੰ ਮੇਰਾ ਵੱਲ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਜਦੋਂ ਤੂੰ ਮੇਰੇ ਸਿਰ ਤੇ ਹੈ, ਤੂੰ ਮੇਰੇ ਨਾਲ ਹੈ, ਫਿਰ ਮੈਨੂੰ ਡਰ ਕਾਹਦਾ। ਰਾਮ ਨਾਮ ਚਿਤ ਰਹਿਆ ਸਮਾਏ। ਰੱਬ ਦੇ ਸੇਵਕ ਦਾ ਜਿਹੜਾ ਚਿੱਤ ਹੈ, ਮਨ ਤੇ ਚਿੱਤ, ਜਦੋਂ ਮਨ ਚਿੱਤ ਵਿੱਚ ਸਮਾ ਜਾਏ, ਮਨ ਆਪਣੀ ਮਰਜ਼ੀ ਨੂੰ ਖਤਮ ਕਰਦਾ ਹੈ, ਤੇ ਜਦੋਂ ਮਨ ਚਿੱਤ ਸਮਾ ਜਾਏ, ਚਿੱਤ ਵਿੱਚ ਸਮਾ ਜਾਏ, ਹਿਰਦੇ 'ਚ ਸਮਾ ਜਾਏ, ਫਿਰ ਉੱਥੇ ਪ੍ਰਮਾਤਮਾ ਦਾ ਨਾਮ ਹੀ ਬਚਦਾ ਹੈ। ਰਾਮ ਨਾਮ ਚਿੱਤ ਰਹਿਆ ਸਮਾਏ। ਜਦੋਂ ਮਨ ਮਰ ਹੀ ਗਿਆ, ਮਨ ਨੇ ਮਰਜ਼ੀ ਛੱਡ ਹੀ ਦਿੱਤੀ। ਬੰਦੇ ਦਾ ਦੁੱਖ ਦਾ ਸਭ ਤੋਂ ਵੱਡਾ ਕਾਰਨ ਹੈ ਮਰਜ਼ੀ, ਮਨ ਮਰਜ਼ੀ। ਤੇ ਜਦੋਂ ਮਨ ਮਰਜ਼ੀ ਹੈ, ਫਿਰ ਦੁਖੀ ਹੈ। ਤੇ ਜਦੋਂ ਮਨ ਮਰਜ਼ੀ ਮੁੱਕ ਗਈ, ਫਿਰ ਜੋ ਬਚਿਆ ਉਹ ਪਰਮਾਤਮਾ ਹੀ ਹੈ। ਫਿਰ ਰਹਾਉ ਕਾ ਕੋ ਜਰੈ ਕਾਹੇ ਹੋਏ ਹਾਨ, ਨਟ ਵਟ ਖੇਲੈ ਸਾਰੰਗ ਪਾਨ। ਜਦੋਂ ਪ੍ਰਮਾਤਮਾ ਆਪ ਬੈਠਾ, ਫਿਰ ਕੀ ਸੜਨਾ ਤੇ ਕੀ ਨੁਕਸਾਨ, ਕੀ ਨਫਾ ਕੀ ਨੁਕਸਾਨ। ਫਿਰ ਹਾਨ ਲਾਭ ਨਹੀਂ, ਫਿਰ ਮੈਂ ਮੇਰੀ ਨਹੀਂ, ਫਿਰ ਤਾਂ ਤੂੰ ਕਰਤਾ ਤੂੰ ਹੋ ਭਇਆ, ਮੁਝ में रहा ना हूं। जब आपा पर का मिट गया, जत देखा तत तू। ਹੁਣ ਹਰ ਥਾਂ ਤੇ ਪ੍ਰਮਾਤਮਾ ਹੀ ਹੈ, ਤਾਂ ਫਿਰ ਕੋਈ ਨੁਕਸਾਨ ਨਹੀਂ ਕਰ ਸਕਦਾ, ਕੋਈ ਨਫਾ ਨਹੀਂ। ਫਿਰ ਤਾਂ ਨਟ ਵਟ ਖੇਲੈ ਸਾਰੰਗ ਪਾਨ। ਨਟ ਵਟ ਉਹ ਪ੍ਰਮਾਤਮਾ, ਜਾਦੂਗਰੀ, ਦੁਨੀਆ ਦੇ ਤਮੇਸ਼ੇ, ਇਹ ਸਾਰਿਆਂ ਦੇ ਵਿੱਚ ਮਦਾਰੀ ਵਾਲਾ ਖੇਡ ਉਹ ਆਪ ਹੀ ਸਾਰੰਗਪਾਨ, ਜਿਹੜਾ ਸਾਰੇ ਰਸਾਂ ਦਾ ਘਰ ਮਾਲਕ ਹੈ,
ਉਹ ਆਪ ਹੀ ਸਭ ਨੂੰ ਖਿਡਾ ਰਿਹਾ ਹੈ। ਕਹੋ ਕਬੀਰ ਅੱਖਰ ਦੋਏ ਭਾਖ। ਕਬੀਰ ਸਾਹਿਬ ਕਹਿੰਦੇ ਨੇ, ਬੰਦਿਆ ਆ ਦੋ ਗੱਲਾਂ ਚੇਤੇ ਰੱਖ ਲਈ, ਆ ਦੋ ਗੱਲਾਂ ਪੱਲੇ ਬੰਨ ਲਈ। ਉਹ ਕਿਹੜੀਆਂ? ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਭਾਈ ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਰੱਬ ਹੋਇਆ, ਜੇ ਰੱਬ ਭਾਵ ਹੋਏ, ਉਹ ਤਾਂ ਹੈਗਾ, ਤੋ ਹੋਇਆ ਦਾ ਅਰਥ ਹੈ ਜੇ ਪ੍ਰਮਾਤਮਾ ਤੇਰੇ ਚਿੱਤ ਵਿੱਚ ਵਸਿਆ ਹੋਏਗਾ, ਪਰਮਾਤਮਾ ਨਾਲ ਤੇਰੀ ਜਾਣ ਪਛਾਣ ਹੋਏਗੀ, ਜੇ ਰੱਬ ਦੇ ਨਾਲ ਤੇਰਾ ਪਿਆਰ ਹੋਏਗਾ, ਜੇ ਪ੍ਰਮਾਤਮਾ ਤੋਂ ਅੰਗ ਸੰਗ ਜਾਣੇਗਾ। ਮੰਨ ਲਓ ਮੈਂ ਕਹਾਂ ਵੀ ਰੱਬ ਮੇਰੇ ਅੰਗ ਸੰਗ ਹੈ, ਮੈਂ ਰੱਬ ਦੀ ਮਰਜ਼ੀ ਵਿੱਚ ਚੱਲਾਂ, ਤਾਂ ਫਿਰ ਮਹਾਰਾਜ ਕਹਿੰਦੇ ਹੋਏਗਾ ਖਸਮ ਤਾਂ ਲਏਗਾ ਰਾਖ। ਜਦੋਂ ਪ੍ਰਮਾਤਮਾ ਆਪ ਅੰਗ ਸੰਗ ਹਾਜ਼ਰ ਹੋਏਗਾ ਨਾ, ਫਿਰ ਉਹ ਆਪੇ ਹੀ ਰੱਖ ਲੇਗਾ, ਫਿਰ ਉਹ ਆਪੇ ਹੀ ਬਚਾ ਲੇਗਾ। ਤੂੰ ਉਹਦੇ ਉੱਤੇ ਡੋਰੀ ਰੱਖ ਕੇ ਤਾਂ ਵੇਖ। ਗੌੜੀ ਕਬੀਰ ਜੀ ਦੁਪਦੇ, ਇੱਥੇ ਵਚਨ ਆਇਆ ਦੱਦੇ ਔਂਕੜ ਪੱਪਾ ਦੱਦੇ ਲਾਵਾਂ ਦੇ ਦੋ ਪਦੇ। ਦੱਦੇ ਦੇ ਥੱਲੇ ਫਿਰ ਦੋ ਹਿੰਦਸਾ, ਇਹਦਾ ਅਰਥ ਹੈ ਵੀ ਅੱਗੇ ਦੋ ਸ਼ਬਦ ਨੇ ਦੋ ਪਦਿਆਂ ਵਾਲੇ। ਗੌੜੀ ਕਬੀਰ ਜੀ ਦੁਪਦੇ ਨਹੀਂ ਕਹਿਣਾ, ਇਹਦਾ ਅਰਥ ਹੈ ਦੋ ਪਦੇ, ਭਾਵ ਦੋ ਪਦੇ, ਦੋ ਸ਼ਬਦ। ਨਾ ਮੈਂ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨ ਛੂਟ ਸਮਾਇਆ। ਕਹਿਣ ਲੱਗੇ ਮੈਂ ਪਰਮਾਤਮਾ ਦਾ ਚਿੱਤ ਆਪਣੇ ਹਿਰਦੇ 'ਚ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ, ਤੇ ਮੈਂ ਕਿਸੇ ਪਾਸੇ ਯੋਗ ਸਾਧਨਾ ਨਹੀਂ ਕੀਤੀਆਂ, ਕਿਉਂਕਿ ਗੁਰਬਾਣੀ ਦੇ ਅੰਦਰ ਸਾਨੂੰ ਸਮਝਾ ਦਿੱਤਾ ਯੋਗ ਨ ਕਿੰਥਾ। ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਯੋਗ ਨਾ ਡੰਡਾ, ਯੋਗ ਨਾ ਸਿੰਘੀ ਵਾਹੀਐ, ਜੋਗ ਨ ਭਗਵੀਂ ਕੱਪੜੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ। तो महाराज कहते मैं जोग साधनावां नहीं कीतियां, मैं कोई जोगा नहीं कीता, ना मैं जोग ध्यान चित लाया, क्योंकि भाई गुरदास साहब कहते ध्यानन मैं ध्यान और ज्ञानन मैं ज्ञान गुर। हुण रुद्र ध्यान ज्ञान सतगुरु के कब जन पालो ने। शिव जी ने बड़े ध्यान जोड़े, बड़ियां समाधियां लाइया लंबियां। कह लगे मैं अगर ध्यान जोड़दा तो गुरु चरणा च जोड़दा, मैं कोई जोग नहीं कीता, क्योंकि योग साधना करके कुछ भी किसी ने खटिया नहीं अज तक। शरीर करके तो कुछ फायदा हो सकता है, परमात्मा की भगती बस नहीं। गुरबाणी अंदर बचन है गुरु अर्जन देव पातशाह जी का, योग सिद्ध आसन 84 ए भी कर रहा, वड्डी आरजा फिर जन्मै, हर स्यों संग न कहा। योगियां दे 84 आसन ने, योग सिद्ध जेड़े सिद्ध जोगी ने मन्ने होए परमन्ने होए, आसन 84 84 उन्हां दे फिरके ने, 84 उन्हां दे आसन ने, वड्डा छोटा 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 छोटा। योग सिद्ध आसन 84 ए भी कर हमारे कहते सब कुछ देख लिया करके छड़ दिता। होया कि योगा ध्यान ला के श्वास रोक के 10वें द्वार भाव अंदर श्वास रोक लै, बहुत लंबी उम्र कर ली। हुण देखो रुपये 10 तुहाडी जेब च ने, तुसीं खर्चो ही ना, 10 ही पै रहणगे, ते खर्च लो तो 10 मुक्की जाणगे। उन्हां दी अपनी हम जिन्ने स्वास सानू मिले आ उन्ने ही रहणगे।
ਤੁਸੀਂ ਸਵਾਸ ਰੋਕ ਹੀ ਲੈ ਹੁਣ, ਜਿੰਨਾ ਚਿਰ ਮਰਜ਼ੀ ਰੋਕੋ, ਫਿਰ ਵੀ ਸਰੀਰ ਤਾਂ ਜਾਏਗਾ। ਇਹ ਆਪਣੀ ਚਾਲ ਚਲਿਆ ਜਾਂਦਾ ਹੈ, ਇਹ ਨਹੀਂ ਰਹਿੰਦਾ। ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ, ਕਹਿੰਦੇ ਸਭ ਕਰ ਲਿਆ। ਬੜੇ ਪੁੱਠੇ ਸਿੱਧੇ ਆਸਣ ਮਾਰੇ, ਕਹਿੰਦੇ ਮੈਂ ਦੇਖ ਰਿਹਾ, ਬੜੇ ਨੇ ਇਹੋ ਜਿਹੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹਿੰਦੇ ਮੈਂ ਯੋਗਾ ਕੀਤਾ, ਮਾਰੇ ਕਹਿੰਦੇ ਮੈਂ ਦੇਖ ਰਿਹਾ, ਬੜੇ ਲੋਕ ਥੱਕੇ ਪਏ ਨੇ। ਵੱਡੀ ਆਰਜਾ, ਬੜੀਆਂ ਵੱਡੀਆਂ ਵੱਡੀਆਂ ਉਮਰਾਂ। ਦੇਖੋ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਸਰੋਵਰ ਪਟਵਾਇਆ ਤੇ ਥੱਲੋਂ ਇੱਕ ਮੱਠ ਨਿਕਲਿਆ, ਜੇ ਜੋਗੀ ਬੈਠਾ ਸੀ ਬੜੇ ਚਿਰ ਦਾ, ਤੇ ਉਹ ਪੁੱਛਦਾ ਵੀ ਹੁਣ ਕਿਹੜਾ ਯੁੱਗ ਚੱਲਦਾ ਪਾ, ਇੰਨੀ ਲੰਮੀ ਉਮਰ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਸੀ ਜੇ ਜੁਗ ਚਾਰੇ ਆਰਜਾ ਹੋਰ ਦਸੋਣੇ ਹੋਏ। ਬੜੀਆਂ ਬੜੀਆਂ ਵੱਡੀਆਂ ਉਮਰਾਂ ਭੋਗਣ ਵਾਲੇ ਜੋਗੀ। ਵੱਡੀ ਆਰਜਾ ਫਿਰ ਜਨਮੈ ਹਰਸੋਂ ਸੰਗ ਨਾ ਗਿਆ। ਕਹਿੰਦੇ ਬਸ ਜਨਮਾਂ ਮਰਨਾ 'ਚ ਵੀ ਪੈ ਰਿਹਾ, ਰੱਬ ਨਾਲ ਮਿਲਾਪ ਨਹੀਂ ਹੋਇਆ। ਤੁਮਾਰੇ ਕਹਿੰਦੇ ਨਾ ਮੈਂ ਜੋਗ ਧਿਆਨ ਚਿਤ ਲਾਇਆ, ਮੈਂ ਕੋਈ ਵੀ ਕਿਸੇ ਪ੍ਰਕਾਰ ਦਾ ਇਹ ਯੋਗਾ ਨਹੀਂ ਕੀਤਾ। ਬਿਨ ਬੈਰਾਗ ਨਾ ਛੂਟ ਸਮਾਇਆ, ਪਰਮਾਤਮਾ ਦੇ ਬੈਰਾਗ ਵਿੱਚ ਭਾਵੇਂ ਸੰਸਾਰ ਤੋਂ ਉਪਰਾਮ ਹੋਇਆ ਬਿਨਾ ਇਹ ਮਾਇਆ ਦਾ ਪਕੜ ਛੱਡੀ ਨਹੀਂ ਜਾ ਸਕਦੀ। ਬਿਨ ਬੈਰਾਗ ਨਾ ਛੂਟ ਸਪਾਇਆ ਮਾਇਆ। ਹੁਣ ਮਾਇਆ ਭਾਵੇਂ ਨਹੀਂ ਵੀ ਕਰੰਸੀ ਛੱਡ ਦੇਣੀ ਆ, ਵੀ ਧਨ ਦੌਲਤ ਛੱਡ ਦੇਣਾ। ਸਾਨੂੰ ਮਹਾਰਾਜ ਨੇ ਕਿਰਤ ਕਰਨ ਲਈ ਆਖਿਆ, ਪੈਸਾ ਕਮਾਉਣਾ ਹੈ, ਧਨ ਕਮਾਉਣਾ ਹੈ, ਮਿਹਨਤ ਕਰਨੀ ਹੈ, ਪਰਿਵਾਰ ਪਾਲਣਾ ਹੈ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਜ਼ਿੰਦਗੀ ਦਾ ਸੁੱਖ ਲੈਣਾ ਹੈ। ਇੱਥੇ ਤਾਂ ਸੋਹਣਾ ਕੱਪੜਾ, ਚੰਗੀ ਜੁੱਤੀ, ਚੰਗੀ ਘੋੜੀ, ਚੰਗਾ ਪਰਿਵਾਰਿਕ ਗ੍ਰਸਤ ਜੀਵਨ ਦੀਆਂ ਨਿਸ਼ਾਨੀਆਂ ਮੰਗਿਆ, ਹੁਣ ਪੈਸੇ ਹੋਣਗੇ ਤਾਂ ਮਿਲੇਗਾ ਨਾ। ਮਾਰੇ ਕਹਿੰਦੇ ਨੇ ਜਾ ਕੇ ਗ੍ਰਹਿ ਸੋਭਾ ਰੇ ਨਾ ਹੈ, ਆਵਤ ਪਈਆ ਖੁੰਦੇ ਜਾਹੇ। ਸੋਭਾ ਦਾ ਅਰਥ ਮਾਇਆ। ਜਿਹਦੇ ਘਰ 'ਚ 4 ਪੈਸੇ ਨਹੀਂ ਹੋਣਗੇ, ਉਹਦੇ ਘਰ 'ਚ ਆਇਆ ਪਰੋਣਾ ਰੋਟੀ ਕਿੱਥੋਂ ਖਾਏਗਾ। ਇਸ ਕਰਕੇ ਚੰਗਾ ਸਰਾਣਾ, ਚੰਗੀ ਤਲਾਈ, ਚੰਗੀ ਜੁੱਤੀ, ਚੰਗਾ ਚਾਦਰ, ਚੰਗਾ ਗੱਦਾ, ਇਹ ਸਭ ਕੁਝ ਮੰਗਿਆ। ਚੰਗੀ ਮੰਜੀ ਮੰਗੀ ਆ, ਖਾਟ, ਚਪਾਈ, ਸਰਹਾਨਾ ਅਰ ਤਲਾਈ, ਉੱਪਰ ਕੋ ਮੰਗੋ ਖੀਂਦਾ, ਸਭ ਕੁਝ ਮੰਗਿਆ। ਗਊ ਲਵੇਰੀ ਵੀ ਮੰਗੀ ਆ, ਦਾਲ ਸਿੰਦਾ ਵੀ ਮੰਗਿਆ ਹੈ। ਹੁਣ ਇਹ ਸਭ ਕੁਝ ਤਾਂ ਹੀ ਮਿਲੇਗਾ ਜੇ ਪੈਸੇ ਹੋਣਗੇ। ਦੂਜੀ ਗੱਲ ਮਾਰੇ ਕਹਿੰਦੇ ਸੰਸਾਰ ਵਿੱਚ ਪੈਸੇ ਤੋਂ ਬਿਨਾਂ ਤੇ ਗੱਲ ਹੀ ਨਹੀਂ ਬਣਦੀ। ਨਿਰਤ ਨੇ ਆਦਰ ਕੋਈ ਨਾ ਦੇ, ਇਹ ਫਿਰ ਕਿਹੜੀ ਮਾਇਆ ਦੀ ਗੱਲ ਮਾਰੇ ਕਹਿੰਦੇ ਛੱਡਣ ਲਈ। ਮਨ ਬੈਰਾਗ ਨਾ ਛੂਟ ਸਮਾਇਆ। ਜਦੋਂ ਤੱਕ ਤੁਸੀਂ ਗੁਰਬਾਣੀ ਪੜ੍ਹ ਕੇ ਇਸ ਤੋਂ ਉਪਰਾਮ ਨਹੀਂ ਹੁੰਦੇ ਸੰਸਾਰ ਤੋਂ, ਇਹਦੀ ਪਕੜ ਨਹੀਂ ਛੱਡਣੀ ਬੜੀ ਔਖੀ। ਹੁਣ ਗੁਰੂ ਦਾ ਸਿੱਖ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨਿਆਰ ਭੇਪੈ ਨਹੀਂ ਮਿੰਟੇ, ਜਾਂ ਕੰਚਨ ਮਾਟੀ ਮਾਨੈ। ਗੁਰੂ ਦੇ ਸਿੱਖ ਜੇ ਸੁਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁਖ ਦੇਤਾ ਤੇ ਰਾਜਾ, ਦੁੱਖ ਵੀ ਸੁਖ ਮਨਾਈ। ਆ ਛੱਡੀ ਮਾਇਆ ਹੈ। ਕੋਲ ਸਭ ਕੁਝ ਹੈ, ਕੋਈ ਹੰਕਾਰ ਨਹੀਂ, ਕੋਈ ਹਉਮੈ ਨਹੀਂ, ਕੋਲ ਕੁਝ ਵੀ ਨਹੀਂ, ਕੋਈ ਉਲੰਭਾ ਨਹੀਂ, ਸ਼ੁਕਰਾਨਾ ਹੈ, ਚੜ੍ਹਦੀ ਕਲਾ। ਇਹਨੂੰ ਕਿਹਾ ਹੈ ਬੈਰਾਗ। ਤੁਮਾਰੇ ਕਹਿੰਦੇ ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ। ਆ ਬੈਰਾਗ ਹੈ ਸਾਡਾ। ਕੈਸੇ ਜੀਵਨ ਹੋਏ ਹਮਾਰਾ, हे ਰੱਬ ਜੀ ਮੇਰਾ ਜੀਵਨ ਕਿਵੇਂ ਦਾ ਹੋਏਗਾ। ਜਬ ਨ ਹੋਏ ਰਾਮ ਨਾਮ ਆਧਾਰਾ, ਜਦੋਂ ਮੇਰੇ ਜੀਵਨ ਦਾ ਕੋਈ ਆਧਾਰ ਹੀ ਨਹੀਂ ਤੇ ਉਹ ਜੀਵਨ ਕਾਹਦਾ। ਜਿਸ ਜ਼ਿੰਦਗੀ ਦਾ ਕੋਈ ਮਕਸਦ ਹੀ ਨਹੀਂ, ਕੋਈ ਪਰਪਸ ਹੀ ਨਹੀਂ ਹੈਗਾ ਜਿਸ ਕੰਮ ਦਾ, ਉਹ ਕੰਮ ਦਾ ਆਧਾਰ ਹੀ ਕੋਈ ਨਹੀਂ, ਤੇ ਤੇਰੀ ਜ਼ਿੰਦਗੀ ਦਾ ਆਧਾਰ ਕੀ ਹੈ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਆ ਜ਼ਿੰਦਗੀ ਦਾ ਆਧਾਰ। ਤੇ ਤੇਰੀ ਜ਼ਿੰਦਗੀ ਕਿਹੋ ਜੀ ਹੋਏਗੀ ਜੇ ਪ੍ਰਮਾਤਮਾ ਦੇ ਨਾਮ ਦਾ ਆਧਾਰ ਹੀ ਨਹੀਂ ਬਣਿਆ। ਰਹਾਉ ਕਹੋ ਕਬੀਰ, ਖੋਜੋ ਅਸਮਾਨ, ਰਾਮ ਸਮਾਨ ਨ ਦੇਖੋ ਆਨ। ਆਸਮਾਨ, ਆਸਮਾਨ ਦਾ ਅਰਥ ਹੈ ਚੌਥਾ ਪਦ, ਹਿਰਦਾ।
ਦਿਲੇ ਦਿਲ ਖੋਜੋ ਚਿੱਤ ਵਿੱਚ। ਇਹਨੂੰ 10ਵਾਂ ਦੁਆਰ ਵੀ ਆਖਿਆ, ਚੌਥਾ ਪਦ ਵੀ ਆਖਿਆ। ਔਰ ਇਹ ਚਿੱਤ ਹਿਰਦੇ ਨੂੰ ਹੀ ਅਸਮਾਨ ਆਖਿਆ ਹੈ, ਇਹਨੂੰ ਆਕਾਸ਼ ਵੀ ਆਖਿਆ ਹੈ। ਕਹੋ ਕਬੀਰ ਖੋਜੋ ਅਸਮਾਨ, ਮੈਂ ਅੰਦਰ ਚੰਗੀ ਉਚਾਈ ਵਿੱਚ ਜਾ ਕੇ ਸੋਚ ਉੱਚੀ ਕਰਕੇ ਵੇਖਿਆ, ਰਾਮ ਸਮਾਨ ਨਾ ਦੇਖੋ ਆਨ। ਪਰਮਾਤਮਾ ਦੇ ਵਰਗਾ, ਉਸ ਰੱਬ ਜੀ ਵਰਗਾ ਕੋਈ ਦੁਨੀਆ ਵਿੱਚ ਦੂਜਾ ਹੋਰ ਹੈ ਨਹੀਂ। ਇਸੇ ਕਰਕੇ ਮਹਾਰਾਜ ਨੇ ਬਚਨ ਕੀਤਾ, ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧ ਹੋ ਪੁਰਖ ਵਿਧਾਤੈ ਤਾ ਤੂੰ ਸੋਹਿਆ। ਮਹਾਰਾਜ ਤੇਰੇ ਵਰਗਾ ਦੁਨੀਆ 'ਚ ਕੋਈ ਦੂਜਾ ਹੈ ਹੀ ਨਹੀਂ। ਗੌੜੇ ਕਬੀਰ ਜੀ जेह शेर रच रच बांधत पाग, सो सिर चंच सवार है काग। ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਬਹੁਤ ਕਟਾਸ਼ ਭਰਿਆ ਹੈ, ਬੜੇ ਹਿਰਦੇ ਦੀ ਗਹਿਰਾਈ ਨਾਲ, ਵੱਡਾ ਹਿਰਦਾ ਕਰਕੇ ਸ਼ਬਦ ਵਿਚਾਰਨ ਦੀ ਲੋੜ ਹੈ। जेह सिर रच रच बांधत पाग। ਹੁਣ ਜੇ ਆਪਾਂ ਇਸ ਸ਼ਬਦ ਦੇ ਅਰਥ ਕਰਨੇ ਹੋਣ ਤੇ ਸਾਨੂੰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੀ ਉਸ ਵਾਰ ਦਾ ਸਹਾਰਾ ਲੈਣਾ ਪਏਗਾ, ਜਿਹੜੀ ਵਾਰ ਸੁਰ ਸਿੰਘ ਦੇ ਰਹਿਣ ਵਾਲੇ ਢਾਡੀ ਨੱਥਾ ਅਬਦੁੱਲ ਜੀ ਨੇ ਗਾਈ ਸੀ। ਕੀ ਕਿਹਾ ਸੀ? ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ ਦਰਵਾਜਾ, ਬਲਕ ਬਕੀਰ ਦੀ, ਨਾਲ ਸਿਪਾਹੀ ਨੀਲ ਨਲ ਮਰ ਦੁਸ਼ਟਾਂ ਕਰੇ ਤਗੀਦ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਪੱਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਰ ਤੇ ਵੱਜੀ ਆ, ਪੱਗ ਜਹਾਂਗੀਰ ਦੇ ਸਿਰ ਤੇ ਵੱਜੀ। ਦੋਵਾਂ ਦੇ ਸਿਰ ਤੇ ਪੱਗ ਤੇ ਇੱਕੋ ਜੀ ਹੈ ਨਾ, ਕੱਪੜੇ ਦੀ ਪੱਗ ਉਹ ਹੈ, ਕੱਪੜੇ ਦੀ ਪੱਗ ਉਹ, ਪੱਗ ਇੱਕੋ ਜੀ। ਠੀਕ ਹੈ, ਜਹਾਂਗੀਰ ਦੇ ਪੱਗ ਬੰਨਣ ਦਾ ਸਟਾਈਲ ਕੋਈ ਹੋਰ ਹੋ ਸਕਦਾ, ਗੁਰੂ ਸਾਹਿਬ ਜੀ ਦਾ ਹੋਰ ਹੋ ਸਕਦਾ। ਜਿਵੇਂ ਅੱਜ ਆਪਾਂ ਲੋਕ ਕੋਈ ਗੋਲ ਪੱਗ ਬੰਨਦਾ, ਕੋਈ ਏਦਾਂ ਦੀ ਬੰਨਦਾ, ਕੋਈ ਦੂਸਰੀ ਤਿੱਖੀ ਪੱਗ ਬੰਨਦਾ, ਕੋਈ ਕਿਸੇ ਤਰ੍ਹਾਂ ਦੀ ਵੱਖਰੀਆਂ ਵੱਖਰੀਆਂ ਸ਼ੇਪ ਪੱਗ। ਪੱਗ ਕਿਸੇ ਤਰ੍ਹਾਂ ਦੀ ਪੱਗ ਤੇ ਪੱਗ ਹੈ। ਤੋ ਹੁਣ ਇੱਥੇ ਕਿਹੜੀ ਪੱਗ ਦੀ ਗੱਲ ਕੀਤੀ? ਦੇਖੋ ਗੁਰਬਾਣੀ ਵਿੱਚ ਇਹ ਵੀ ਬਚਨ ਆਇਆ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲਾ ਹੋਏ ਮੈਲੀ ਹੋ ਜਾਏ, ਗੈਲਾ ਰੂ ਨਾ ਜਾਣਦਾ ਸਿਰ ਪੀ ਮਿੱਟੀ ਖਾਏ। ਹੁਣ ਇੱਥੇ ਬਚਨ ਆਇਆ, ਜਿਸ ਰਚਸ ਬੰਦ ਪਾਸੋ ਸੰਸਵਾਰੇ ਕਾਗ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਦੇਖੀ ਕਿਤੇ ਕੇਵਲ ਫਿਰ ਇੱਕ ਬਚਨ ਆਉਂਦਾ, ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ। ਇਹ ਪੱਗ ਬੜੀ ਸੋਹਣੀ ਹੈ, ਤੇ ਕਿਹੜੇ ਰੂਪ ਚ ਹੈ? ਜਿਹੇ ਸਿਰ ਰਚ ਰਚ ਬੰਦਤ ਪਾਗ। ਨਿਰਾ ਇਹੋ ਹੀ ਨਹੀਂ ਹੈ ਵੀ ਸਿਰ ਤੇ ਪੱਗ ਬਹੁਤ ਸੋਹਣੀ ਬੰਨੀ ਹੈ, ਸਵਾਰ ਸਵਾਰ ਕੇ ਬੰਨੀ ਹੈ, ਬਹੁਤ ਵਧੀਆ ਦੇਖਵਾ ਪੱਗ ਦੀ, ਸਾਰਾ ਦਿਨ ਮੁੱਛੋਂ ਨਹੀਂ ਤਾ ਦੇਈ ਜਾਏ, ਪੱਗ ਹੀ ਸਵਾਰੀ ਜਾਏ, ਤੇ ਡੱਕਾ ਦੋੜਾ ਨਾ ਕਰੇ। ਆਪਾਂ ਇੱਕ ਗੱਲ ਕਹਿੰਦੇ ਨਾ ਵੀ ਆਖਾ ਮੋੜਨਾ ਨਹੀਂ, ਡੱਕਾ ਤੋੜਨਾ ਨਹੀਂ, ਤੇ ਤੇਰੀ ਵੱਜੀ ਪੱਗ ਨੂੰ ਕੀ ਕਰਾਂ? ਪੱਗ ਦੀ ਕੀ ਗੱਲ ਕਰੀਏ ਫਿਰ? ਜੇ ਸਿਰ ਰਚ ਰਚ ਬੰਦਤ ਪਾਗ, ਸਿਰ ਤੇ ਵੱਜੀ ਹੋਵੇ ਪੱਗ ਤੇ ਕੰਮ ਹੋਣ ਮਾੜੇ, ਫਿਰ ਤੇ ਗੱਲ ਨਹੀਂ ਨਾ ਬਣਨੀ। ਹੁਣ ਜਹਾਂਗੀਰ ਦੇ ਸਿਰ ਤੇ ਪੱਗ ਵੱਜੀ, ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ਤੇ ਪੱਗ ਵੱਜੀ। ਇੱਥੇ ਭਗਤ ਸਾਹਿਬ ਜੀ ਜਹਾਂਗੀਰ ਵਾਲੀ ਪੱਗ ਦੀ ਗੱਲ ਕਰਦੇ ਨੇ, ਜਿਨ੍ਹਾਂ ਨੇ ਪੱਗ ਦੁਮਾਲਾ ਬੜੇ ਸਵਾਰ ਸਵਾਰ ਕੇ ਲੱਗੇ ਰਹਿਣਾ, ਤੇ ਦੁਨੀਆ ਦੇ ਚ ਦਿੱਖ ਬੜੀ ਬੋਲਣੀ ਪੜੀ ਹੈ, ਕੰਮ ਧੇਲੇ ਦਾ ਨਹੀਂ ਕਰਦੇ, ਝੂਠ ਰੱਜ ਕੇ ਬੋਲਣਾ। ਹੁਣ ਸ਼ਰਾਬੀ ਦੇ ਸਿਰ ਤੇ ਵੀ ਪੱਗ ਵੱਜੀ ਆ, ਇੱਕ ਸਾਧੂ ਦੇ ਸਿਰ ਤੇ ਵੀ ਪੱਗ ਵੱਜੀ ਆ, ਚੋਰ ਡਾਕੂ ਦੇ ਸਿਰ ਤੇ ਵੀ ਪੱਗ ਵੱਜੀ ਆ। ਪੱਗ ਤੇ ਪੱਗ ਹੈ ਨਾ, ਪੱਗ 'ਚ ਕੋਈ ਅੰਤਰ ਨਹੀਂ। ਪੱਗ ਦੇ ਵਿੱਚ ਲੁਕਿਆ ਹੋਇਆ ਜਿਹੜਾ ਉਹਦੇ ਬਾਬਤ ਗੱਲ ਹੈ। ਸਾਡੇ ਸੱਭਿਅਤਾ ਦੇ ਵਿੱਚ ਨੇ ਪੱਗ ਵਟਾਉਣੀ, ਪੱਗ ਵੱਟ ਭਰਾ,
ਪੱਗ ਦੀ ਲਾਜ, ਪੱਗ ਰੋਲਣੀ, ਬੜੇ ਸ਼ਬਦ ਨੇ ਸਾਡੀ ਪੱਗ ਦੇ ਨਾਲ। ਇਹ ਪੱਗ ਸਾਡਾ ਸਿਰ ਦਾ ਤਾਜ ਹੈ, ਸਾਡੀ ਇੱਕ ਆਇਡੈਂਟੀਟੀ ਹੈ, ਆਜ਼ਾਦੀ ਦਾ ਪ੍ਰਤੀਕ, ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਤੋ ਜੇ ਸਿਰ ਰਚ ਰਚ ਬੰਧਤ ਪਾਗ, ਭਗਤ ਸਾਹਿਬ ਕਹਿੰਦੇ ਸੋ ਸਿਰ ਚੁੰਚ ਸਵਾਰੇ ਕਾਗ। ਬੰਦਿਆ ਇੱਕ ਗੱਲ ਧਿਆਨ ਰੱਖੀ, ਮਤਾ ਕਿਤੇ ਹੰਕਾਰ ਚੋਵੇਂ ਵੀ ਮੇਰੇ ਵਰਗੀ ਦੀ ਪੱਗ ਹੀ ਕੋਈ ਨਹੀਂ ਬਣ ਸਕਦਾ। ਸੋਹਣੀ ਪੱਗ ਮੇਰੀ ਸਭ ਤੋਂ। ਠੀਕ ਹੈ, ਅੱਜ ਕੱਲ ਸਾਡੇ ਅੰਦਰ ਇੱਕ ਇਹੋ ਜਿਹਾ ਵੀ ਅਸੀਂ ਵਿਆਹ ਸ਼ਾਦੀ ਜਾਈਏ, ਦਫ਼ਤਰਾਂ ਜਾਈਏ ਤੇ ਪੱਗ ਬੜੀ ਸੋਹਣੀ ਬੰਨਦੇ ਆ, ਤੇ ਜਦੋਂ ਗੁਰਦੁਆਰੇ ਆਉਣਾ ਹੋਵੇ ਤੇ ਪਟਕਾ ਜਿਹਾ ਪੱਲੂ ਜਿਹਾ ਬਣ ਕੇ ਭੱਜੇ ਆਉਣਗੇ। ਨਹੀਂ, ਗੁਰੂ ਘਰ ਵੀ ਆਉਣਾ ਤੇ ਸੱਜ ਧੱਜ ਕੇ ਆਓ। ਪਰ ਮੈਂ ਕਿਸੇ ਹੋਰ ਸੈਂਸ ਵਿੱਚ ਬੋਲ ਰਿਹਾ। ਪੱਗ ਬਹੁਤ ਸੋਹਣੀ ਬੰਨਦਾ, ਸਵਾਰ ਬੰਨਦਾ, ਪਰ ਜੀਵਨ ਦੀਆਂ ਕਰਤੂਤਾਂ ਸਹੀ ਨਹੀਂ ਹੈਗੀਆਂ। ਮਹਾਰਾਜ ਕਹਿੰਦੇ